चल जल्दी जल्दी रक्षा भी चलाना है इधर आए ना वे। अस्सलाम वालेकुम जी, कैसे हैं आप सब? मैं ठीक, शुक्र अल्हम्दुलिल्लाह। दुआ करती हूँ आप भी माशाल्लाह ठीक ठाक रहें, खुश रहें। चलें जी, बिस्मिल्लाह करते हैं। सबसे पहले तो मेरी सारी फैमिली, यूट्यूब फैमिली, इंस्टाग्राम फैमिली, फेसबुक फैमिली, सबको मेरी तरफ से ईद मुबारक। कल मेरा व्लॉग नहीं आया था क्योंकि मैं बड़ी हैरान हुई। अच्छा, सबसे पहले मैं बता दूं, चांद रात लेट नाइट चांद रात ये कुकीज़ बने हैं, मस्जिद बनी है, ईद मुबारक बनी है, मिक्स हैं। तो ये साथ लगा है बायरन का जो फुटबॉल का मैच ना, बच्चों ने रात को ना पिज़्ज़ा मंगवाया बड़ी देर के बाद, क्योंकि इफ्तारी होती है ना, तो लेट नाइट तो भुख लगदी नहीं सी। तो हुण अज उन्होंने मंगवाया पिज़्ज़ा, जो वैसे तो वैसे पिया हुआ। तो मिशाल ने अपना खाना मंगवाया था। मैंने यहाँ पे अपने लिए मेहंदी लगाई है और साथ ना बच्चों को लगाई है। आफिया है नहीं, विशाल ने भी यही डिज़ाइन। मैंने एक ही सदाबहार डिज़ाइन आंदा मेरे, तुसीं हर ईद शबरात शादी ते यही डिज़ाइन वेखदे होने हो, तो मैनू यही आंदा बस ਜਿਹੜਾ ਮੈਨੂੰ ਈਜ਼ੀ ਲੱਗਦਾ ਤੇ ਫਟਾਫਟ ਬਣ ਵੀ ਜਾਂਦਾ ਹੈ। ਤੇ ਇੱਥੇ ਮੈਚ ਵਗੈਰਾ ਵੇਖਣ ਦੇ ਤੇ ਨਾਲ ਮੈਂ ਆਪਣੇ ਕੀ ਕਹਿੰਦੇ ਨੇ ਸੁਬਹ ਲਈ ਸ਼ੀਰ ਖੋਰਮਾ ਬਣਾਉਣ ਲੱਗੀ ਸਾਂ। ਮੈਂ ਕਿਹਾ ਬਣਾ ਕੇ ਰੱਖਦੀ, ਖਾਣਾ ਨਹੀਂ ਖਾਣਾ, ਲੇਕਿਨ ਮਜ਼ਾ ਇਹੀ ਹੁੰਦਾ ਕਿ ਈਦ ਤੇ ਇਹ ਚੀਜ਼ਾਂ ਬਣਾਉਣੀਆਂ ਨੇ। ਇੱਥੇ ਮੈਂ ਥੋੜ੍ਹਾ ਜਿਹਾ ਦੇਸੀ ਘਿਓ ਪਾਇਆ 1 ਚਮਚ, ਤੇ ਜਿਹੜਾ ਪੈਕਟ ਇਹਨੂੰ ਚੰਗੀ ਤਰ੍ਹਾਂ ਵਿੱਚ ਪੈਕਟ ਦੇ ਨਾਲ ਤੁਸੀਂ ਇਹਨੂੰ ਤੋੜ ਪੋੜ ਲਿਓ ਨੇ, ਤੇ ਜਿੰਨਾ ਇਹ ਬਾਹਰ ਖਲਾਰਾ ਪਾਉਂਦੀਆਂ ਨੇ ਸਾਂਭੀਆਂ ਵੀ ਨਹੀਂ ਜਾਂਦੀਆਂ, ਹੱਥੋਂ ਨਿਕਲ ਜਾਣ। ਤੇ ਇਹਨਾਂ ਥੋੜ੍ਹਾ ਜਿਹਾ ਮੈਂ ਫਰਾਈ ਕਰਾਂਗੀ, ਮਤਲਬ ਕਿ ਹਲਕੇ ਫੁਲਕੇ 2 ਚਮਚ ਇੱਧਰ ਉੱਧਰ ਮਾਰ ਕੇ ਬਾਅਦ 'ਚ ਇਹਦੇ ਵਿੱਚ ਪਾ ਦਾਂਗੀ ਦੁੱਧ, ਤੇ ਇਹਨੂੰ ਹਲਕੀ ਆਂਚ ਤੇ ਪੱਕਣ ਲਈ ਰੱਖ ਦੇਵਾਂਗੀ। ਤੇ ਅਲੱਗ ਜਿਹੜਾ ਨਾ ਉਹ ਫਿਰ ਮੈਂ ਤੁਹਾਨੂੰ ਦੱਸਣੀ ਆ। ਤੇ ਮੈਂ ਕਸਟਰਡ ਪਾਊਡਰ ਲਵਾਂਗੀ, ਉਹ ਮੈਂ ਮਿਕਸ ਕਰਕੇ ਅਲੱਗ ਨਾ ਵਿੱਚ ਪਾ ਦੇਵਾਂਗੀ। ਜਰਾ ਥੋੜ੍ਹੀ ਜਿਹੀ ਥਿਕਨੈਸ ਆ ਜਾਂਦੀ, ਬੜਾ ਮਜ਼ੇਦਾਰ ਜਿਹੜੀ ਨਾ ਬਣ ਜਾਂਦਾ ਗਾੜਾ ਗਾੜਾ। ਤੇ ਚਲੋ ਜੀ, ਇੱਥੇ ਹੋ ਗਿਆ ਤਿਆਰ, ਬਲਕਿ ਤਿਆਰ ਨਹੀਂ, ਉਹਨੂੰ ਨਾਲ ਮੈਂ ਚਮਚ ਮਾਰਨ ਦਈ ਆ ਕਿ ਤਿਆਰ ਹੋ ਹੀ ਜਾਏ। ਮੈਂ ਨਾ ਬੜੀ ਹੈਰਾਨ ਆ, ਸੱਚੀ ਗੱਲ ਪੁੱਛ ਲਓ। ਮੈਂ ਈਦ ਮੁਬਾਰਕ ਵੀ ਬੜੀ ਔਖੀ ਕਹੀ ਹੈ, ਸੂਟ ਕਿਸੇ ਨੇ ਕੀ ਬਹਾਨਾ ਜਾਂ ਰੀਲ ਕਿਸੇ ਨੇ ਕੀ ਬਣਾਉਣੀ। ਮੈਂ ਤਾਂ ਖੈਰ ਵੈਸੇ ਵੀ ਰੀਲ ਵਗੈਰਾ ਨਹੀਂ ਬਣਾਉਂਦੀ, ਅਤੇ ਲੇਕਿਨ ਮੈਂ ਹੈਰਾਨ ਆ ਸਭ ਲੋਕ ਜਿਹੜੇ ਖਾਸ ਤੌਰ ਪਾਕਿਸਤਾਨ ਵਿੱਚ ਰਹਿੰਦੇ ਨੇ, ਉਹਨਾਂ ਨੂੰ ਸਲਾਮ ਇਹ ਸੱਚੀ ਕਿ ਈਦ ਵਾਲੇ ਦਿਨ ਉਹਨਾਂ ਨੂੰ ਇੰਨਾ ਟਾਈਮ ਮਿਲਦਾ ਕਿ ਸਭ ਤੋਂ ਪਹਿਲੇ ਉੱਠ ਕੇ ਉਹਨਾਂ ਨੇ ਕੱਪੜੇ ਪਾਉਣੇ ਨੇ, ਫਿਰ ਉਹਨਾਂ ਨੂੰ ਸ਼ੂਟ ਕਰਨਾ, ਫਿਰ ਉਹਨਾਂ ਨੂੰ ਫਟਾਫਟ ਇੰਸਟਾਗ੍ਰਾਮ 'ਤੇ ਅਪਲੋਡ ਕਰਨਾ, ਫਿਰ ਈਦ ਮਨਾਉਣਾ। ਮੈਂ ਹੈਰਾਨ ਆ ਉਹਨਾਂ ਤੋਂ, ਸੱਚੀ ਗੱਲ ਹੈ ਕਿ ਬੜੀ ਗੱਲ ਹੈ। ਉਹ ਕੱਪੜੇ ਛਪੜੇ ਪਾ ਕੇ ਆਪਣੀ ਪੂਰੀ ਪ੍ਰੋਪਰ ਤੁਹਾਨੂੰ ਸ਼ੋਅ ਕਰਦੇ ਨੇ। ਇੰਨਾ ਟਾਈਮ ਨਹੀਂ ਹੁੰਦਾ ਈਦ ਵਾਲੇ ਦਿਨ, ਇਹੀ ਹੁੰਦਾ ਹੈ ਕਿ ਇਹ ਕਰ ਲਓ, ਭੱਜ ਨੱਸ ਕਰ ਲਓ, ਈਦ ਪੜ੍ਹਨ ਜਾਣਾ, ਉੱਥੇ ਜਾਣਾ, ਇੱਥੇ ਜਾਣਾ, ਬਹੁਤ, ਕਿਉਂਕਿ ਸਾਰੇ ਕੰਮ ਸ਼ਾਇਦ ਅਸੀਂ ਆਪ ਹੀ ਕਰਨੇ ਹੁੰਦੇ ਨੇ, ਤਾਂ ਸਾਡੇ ਕੋਲ ਟਾਈਮ ਨਹੀਂ ਹੁੰਦਾ। ਅਤੇ ਪਾਕਿਸਤਾਨ ਤੁਹਾਨੂੰ ਪਤਾ ਹੈਲਪਰ ਹੁੰਦੇ ਨੇ, ਸੋ ਘਰ ਵਾਲੇ ਜੀ ਹੈਲਪ ਕਰ ਛੱਡਦੇ ਨੇ, ਅਤੇ ਸ਼ਾਇਦ ਇਹੀ ਹੁੰਦਾ ਇਹ ਮੈਂ ਕੰਮ ਤੇਰੇ ਸਦਾ ਕਰ ਲੈਣਾ, ਤੂੰ ਆਪਣਾ ਕੰਮ ਕਰ ਲੈ। ਅਤੇ ਉਹ ਆਪਣੇ ਕੱਪੜੇ ਛੱਪੜੇ ਪਾ ਕੇ ਸ਼ੂਟ ਕਰ ਲੈਂਦੇ ਨੇ। ਅਤੇ ਬੜੀ ਗੱਲ ਹੈ ਉਹਨਾਂ ਦੀ, ਸਲਾਮ ਹੈ ਉਹਨਾਂ ਨੇ ਕਿ ਬਈ ਆਪਣੀ ਮਿਹਨਤ ਕਰਦੀਆਂ ਨੇ, ਅਤੇ ਲੇਕਿਨ ਟਾਈਮ ਕੱਢਣਾ, ਉਹ ਟਾਈਮ ਮੈਨੂੰ ਕਦੀ ਕਦੀ ਨਾ ਉਹਨਾਂ ਕੋਲ ਸਿੱਖਣਾ ਦਿਲ ਕਰਦਾ, ਕੋਈ ਐਂਦਾ ਯੂਟਿਊਬਰ ਮਿਲੇ, ਐਂਦੀ ਮੈਨੂੰ ਕੋਈ ਸਿਸਟਰ ਨਾਲ ਰਾਬਤਾ ਹੈ ਕਿ ਤੁਸੀਂ ਕਿੰਝ ਟਾਈਮ ਮੈਨੇਜ ਕਰਕੇ ਆਪਣੇ ਕੱਪੜੇ ਛੱਪੜੇ ਈਦ ਵਾਲੇ ਦਿਨ ਸਭ ਤੋਂ ਪਹਿਲੇ ਤੁਸੀਂ ਅਪਲੋਡ ਕਰ ਦਿੰਦੇ, ਬੜੀ ਗੱਲ ਹੈ। ਅਤੇ ਮੈਂ ਤਾਂ ਮੈਨੂੰ ਲੱਗਦਾ ਸੂਟ ਵੀ ਨਹੀਂ ਵਿਖਾਇਆ ਤੁਹਾਨੂੰ, ਮੈਂ ਕਿਹੜਾ ਪਾਉਣਾ ਵੇ, ਇਹ ਹਾਲ ਹੈ ਮੇਰਾ। अच्छा जी, मैं रात को ना ये सारा काम कर रही हूँ सुबह के लिए, क्योंकि सुबह बिल्कुल टाइम नहीं होना। मैं तो शायद परसों चौथ वाले व्लॉग भी दसिया कि फैमिली ने एक हाल लिया होता है, वहाँ सब इकट्ठे होते हैं, तो मिल के खाना बनाना होता है ना, हर किसी ने डिवाइड होता है कि ये बनाना ये बनाना। मैं रात को मैंने बनाना था पुलाव, साथ बनाना था रोस्ट, साथ बनाना था गोश्त जो मसाले वाला होता है वैसे वाला। मैं गोश्त भी गाल के रख लिया सी, मैं चावलों का जो मसाला है वो भी तैयार करके रख लिया सी। रोस्ट मैं कल मसाला ला लिया सी, सुबह मैंने ऐसे ओवन च पावांगी तो हो जाएगा। तो यह तकरीबन अद्धियां 50% खाना मेरा तैयार है। बस मैं ਹੁਣ ਇਹਨਾਂ ਨੂੰ ਚੁੱਲ੍ਹਾ ਚਲਾਉਣਾ ਅਤੇ ਇਹਨਾਂ ਨੂੰ ਸਟਾਰਟ ਕਰ ਦੇਣਾ। ਖੈਰ ਸਾਡੀ ਅੱਜ ਜਿਹੜੀ ਨਾ 9:30 ਵਜੇ 7 ਵਜੇ ਦਾ ਟਾਈਮ ਹੈ, ਤਕਰੀਬਨ ਸਾਰੇ ਹਜੇ ਸੁੱਤੇ ਹੋਏ ਨੇ। ਮੈਂ ਕੀ ਕਹਿੰਦੇ ਲੇਟ ਤੱਕ ਤੇ ਜਾਗਦੇ ਨੇ, ਕਿਉਂਕਿ ਚਾਂਦ ਰਾਤ ਸਾਡੀ ਕੀ ਵੋਨ ਸੀ ਵਿੱਚ ਬਹਿ ਕੇ ਅਸੀਂ ਬਸ ਮਹਿੰਦੀ ਲਾ ਲਈ, ਗੱਪਾਂ ਮਾਰ ਲਈਆਂ, ਪੀਜ਼ਾ ਖਾ ਲਿਆ, ਤੋਂ ਲੇਟ ਤੱਕ ਅਸੀਂ ਕੀ ਕਹਿੰਦੇ ਕਰਦੇ ਰਹੇ। ਉਹ ਸਹਿਰੀ ਜਿਹਾ ਹੁੰਦਾ ਨਾ, ਸਹਿਰੀ ਤਾਂ ਨਮਾਜ਼ ਪੜ੍ਹ ਕੇ ਸੋਣਾ, ਉਹ ਵਾਲੀ ਆਦਤ ਪਈ ਹੈ। ਖੈਰ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੈਂ ਤੁਹਾਨੂੰ 7:30 ਠਾ ਦੇਣਾ, ਫਿਲਹਾਲ ਮੈਂ ਆਪਣਾ ਖਾਣਾ ਰੈਡੀ ਕਰ ਲਾਂ ਤਾਂ ਕਿ ਈਦ ਬਣਨ ਤੋਂ ਪਹਿਲੇ ਮੈਂ ਆਪਣਾ ਖਾਣਾ ਤਿਆਰ ਕਰਕੇ ਜਾਵਾਂ, ਮੈਨੂੰ ਟੈਨਸ਼ਨ ਨਾ ਹੋਵੇ। ਫਿਲਹਾਲ ਜਿਹੜਾ ਰੋਸਟ ਜਿਹੜਾ ਉਹ ਮੈਂ ਫਰਿੱਜ 'ਚੋਂ ਕੱਢ ਲਿਆ ਵੇ, ਉਹਨੂੰ ਮੈਂ ਕੀ ਕਹਿੰਦੇ ਨੇ ਓਵਨ 'ਚ ਰੱਖਣ ਲੱਗੀ ਤਾਂ ਕਿ ਜੈਨ ਜੀ ਮੇਰੇ ਪੁਲਾਓ ਬਣੇ, ਮੇਰਾ ਸਾਲਨ ਤਿਆਰ ਹੋਏ ਅਤੇ ਮੇਰਾ ਰੋਸਟ ਵੀ ਤਿਆਰ ਹੋ ਜਾਏ, ਕਿਉਂਕਿ ਉਸ ਤੋਂ ਬਾਅਦ ਮੈਂ ਜਾਣਾ ਵੇ ਤਿਆਰ ਹੋਣ। ਅਤੇ ਮੈਂ ਨਹੀਂ ਚਾਹੁੰਦੀ ਮੇਰੇ ਕਿਚਨ ਦੁਬਾਰਾ ਮੈਨੂੰ ਵਾਪਸ ਆਉਣਾ ਪਵੇ ਅਤੇ ਮੇਰੇ ਕੱਪੜੇ ਸਮੈਲ ਆਵੇ ਖਾਣੇ ਦੀ, ਹੈ ਨਾ, ਅੱਛਾ ਨਹੀਂ ਨਾ ਲੱਗਦਾ। ਅਤੇ ਚਲੋ ਜੀ, ਮੈਂ ਕੱਲ੍ਹ ਬਣਾਇਆ ਸੀ ਦੁੱਧ ਵਾਲੇ ਸੇਵੀਆਂ, ਸ਼ੀਰ ਖੁਰਮਾ ਕਹਿ ਲਓ, ਜੋ ਵੀ ਉਹ ਮੈਂ ਫਰਿੱਜ 'ਚ ਰੱਖਤਾ ਸੀ। ਮੇਰੇ ਘਰ ਕੋਈ ਮਿੱਠਾ ਸੇਵੀਆਂ ਸੂਵੀਆਂ ਨਹੀਂ ਖਾਂਦਾ, ਲੇਕਿਨ ਮੇਰੀ ਅੰਮੀ ਦੇ ਘਰ ਰਿਵਾਜ਼ ਹੁੰਦਾ ਸੀ ਕਿ ਸੇਵੀਆਂ ਉਬਲੀਆਂ, ਉੱਤੇ ਦਹੀਂ ਪਾਉਣਾ, ਉੱਤੇ ਸ਼ੱਕਰ ਪਾਉਣੀ ਜਾਂ ਚੀਨੀ ਪਾਉਣੀ, ਉਹ ਮੈਂ ਖਾਣਾ। ਮੈਨੂੰ ਇਹ ਸਿੱਧਾ ਕੀ ਨਹੀਂ ਆਉਂਦਾ, ਮੈਨੂੰ ਲੱਗਦਾ ਮੇਰੀ ਈਦ ਹੋਈ ਹੀ ਨਹੀਂ। ਸਾਰੀ ਫੈਮਿਲੀ ਸੁੱਤੀ ਹੈ ਅਤੇ ਮੈਂ ਇਕੱਲੀ ਚਸਕਾ ਲਾਉਣ ਦੇ, ਕਿਉਂਕਿ ਕਿਸੇ ਨੇ ਖਾਣਾ ਹੀ ਨਹੀਂ, ਬਸ ਮੈਂ ਹੀ ਖਾਣਾ। ਮੈਂ ਪਹਿਲੇ ਇਹਨੂੰ ਖ਼ਤਮ ਕਰਾਂਗੀ, ਫਿਰ ਮੈਂ ਆਪਣੇ ਕੱਪੜੇ ਛੱਪੜੇ ਉੱਤੇ ਤਿਆਰ ਕਰਕੇ, ਰਾਤੀ ਮੈਂ ਕੱਪੜੇ ਸਾਰੇ ਇਸਤਰੀ ਕਰ ਲਏ ਸਨ। ਇਹ ਮੇਰਾ ਟਰਾਊਜ਼ਰ ਹੈ, ਦੁਪੱਟਾ ਮੈਂ ਤੁਹਾਨੂੰ ਵਿਖਾਇਆ ਹੀ ਨਹੀਂ, ਮੈਨੂੰ ਬੜੀ ਆਉਂਦੀ ਕਿ ਪੂਰਾ ਕੰਪਲੀਟ ਸੂਟ ਮੈਂ ਤੁਹਾਨੂੰ ਵਿਖਾਇਆ ਨਹੀਂ। ਅੱਛਾ, ਮੇਰੀ ਸ਼ਰਟ ਹੈ, ਇਹ ਸਨਾ ਸਫੀਨਾਜ਼ ਦਾ ਸੂਟ ਹੈ, ਸਾਰਾ ਕੁਛ ਜਿਹੜੇ ਵੀ ਵਿੱਚ ਲੇਸਿਸ ਨੇ ਜਾਂ ਜੋ ਵੀ ਸਾਰਾ ਅੰਦਰ ਇਸ ਮੈਂ ਕੁਛ ਐਕਸਟਰਾ ਲੈ
ਕੇ ਨਹੀਂ ਲਵਾਇਆ, ਕਿਉਂਕਿ ਇੰਨੀਆਂ ਚੀਜ਼ਾਂ ਵੈਸੇ ਹੀ ਵਿੱਚ ਹੁੰਦੀਆਂ ਨੇ, ਤੁਸੀਂ ਐਕਸਟਰਾ ਕੀ ਲਵਾ ਲੈਣਾ, ਕੀ ਖਰੀਦ ਲੈਣਾ, ਫਜ਼ੂਲ ਪੈਸੇ ਲਾਣੇ ਨੇ। ਅਤੇ ਜਿੰਨੀਆਂ ਵੀ ਇਹਦੇ ਲਟਕਣ ਛਟਕਣ ਇਹ ਉਹ ਪੈਚ ਵਗੈਰਾ ਸਾਰੇ ਇਹਦੇ ਅੰਡਰ ਹੀ ਸਨ। ਅਤੇ ਇਹ ਮੈਨੂੰ ਬੜਾ ਅੱਛਾ ਸੂਟ ਮਿਲਿਆ ਸੀ, ਅਤੇ ਬੜਾ ਹੀ ਪਿਆਰਾ ਲੌਂਗ ਸ਼ਰਟ ਮੈਂ ਬਣਾਈ ਸੀ, ਖੁੱਲ੍ਹਾ ਟਰੋਜ਼ਰ ਤੁਸੀਂ ਵੇਖ ਲਿਆ, ਦੁਪੱਟਾ ਛਪਟਾ ਦੇ ਨਾਲ ਨੈਟ ਦਾ ਸੀ, ਫੁੱਲ ਐਮਬਰੋਇਡਰਡ ਸੀ, ਉਹ ਵੀ ਆਰਗੈਂਜ਼ਾ ਖਾਡੀ ਨੈਟ ਟਾਈਪ ਦਾ ਸੀ ਨਾ। ਅੱਛਾ ਜੀ, ਇਹ ਮਸ਼ਾਲ ਦਾ ਸੂਟ ਇਹਨੇ ਪਿਓਰ ਸ਼ਿਫੋਨ ਦਾ ਲਿਆ ਵੇ, ਅਤੇ ਐਡਾ ਕੱਟ ਦਾ ਸਟਾਈਲ ਬਿਲਕੁਲ ਟੀਨੇਜ ਬੱਚੀਆਂ ਹੁੰਦੀਆਂ ਨੇ ਉਹਨਾਂ ਲਈ ਸਹੀ ਸੀ। ਇਹ ਵੇਖੋ ਦਰਮਿਆਨ ਵਿੱਚ ਵੀ ਇਹਦੇ ਨਾਲ ਦੋ ਸਾਈਡਾਂ ਦੇ ਚਾਕ ਹੋਣੇ, ਨਾਰਮਲ ਚਾਕ ਹੁੰਦੇ ਹੀ ਹੁੰਦੇ ਨੇ, ਲੇਕਿਨ ਸਾਈਡਾਂ 'ਤੇ ਵੀ ਦੋ ਓਪਨ ਛੋਟੇ ਛੋਟੇ ਚਾਕ ਬਣੇ, ਜਿਹੜੇ ਪਾਇਆ ਇੰਨਾ ਸਟਾਈਲ ਉਹਦਾ ਅੱਛਾ ਲੱਗੇ, ਇੰਨਾ ਪਿਆਰਾ ਲੱਗਾ। ਖੈਰ ਉਹਨੂੰ ਮੈਨੂੰ ਲੱਗਦਾ ਪਹਿਲੀ ਵਾਲੀ ਕਲਰ ਪਾਇਆ, ਪਰ ਉਹਨੂੰ ਬੜਾ ਹੀ ਸੂਟ ਕੀਤਾ। ਇੱਥੇ ਮੈਂ ਹੁਣ ਆਪਣਾ ਮੇਕਅਪ ਨੂੰ ਫਟਾਫਟ ਬੁਰਸ਼ ਮਾਰ ਮੂਰ ਕੇ ਆਪਣਾ ਮੂੰਹ ਪਾਲਿਸ਼ ਕਰਨ ਲੱਗੀ ਆ, ਮੂੰਹ ਰੰਗਣ ਲੱਗੀ ਆ, ਫਟਾਫਟ ਕਰਨਾ ਵੀ ਮੇਰਾ ਮੇਕਅਪ ਜਿਹੜਾ 5 ਮਿੰਟ ਵਿੱਚ ਹੋ ਜਾਂਦਾ। ਮੈਂ ਉਹਨਾਂ ਵਿੱਚੋਂ ਨਹੀਂ ਹੈ ਕਿ ਮੈਂ ਘੰਟਾ ਮਤਲਬ ਸ਼ੀਸ਼ੇ ਕੇ ਖਲੋਤੀ ਰਹਾਂ, ਬਿਲਕੁਲ ਨਹੀਂ। ਤੇ ਬੱਚੇ ਹੋ ਗਏ ਤਿਆਰ, ਈਦ ਪੜ੍ਹਨ ਦੀ ਤਿਆਰੀ ਸਾਡੀ ਸਟਾਰਟ ਹੋ ਗਈ, ਅਸੀਂ ਵੀ ਨਾਲ ਈਦ ਪੜ੍ਹਨ ਚੱਲੇ ਹਾਂ। ਨਿਸ਼ਾਲ ਵੀ ਤਿਆਰ ਹੋ ਗਈ, ਮੈਂ ਵੀ ਤਿਆਰ ਹੋ ਗਈ, ਅਫਾਨ ਸਾਹਿਬ ਬਾਹਰ ਨਿਕਲ ਗਏ ਨੇ। ਗੱਲ ਕਰਨ ਲੱਗਾ ਸੀ ਨਾਲ ਦੀ ਨਾਲ ਮੈਂ ਚਾਦਰ ਸਿੱਧੀ ਕਰ ਲਵਾਂ ਆਪਣੀ, ਹਾਕੂ ਡਾਕੂ ਬਣ ਜਾਵਾਂ। ਲੁਕਮਾਨ ਦੀ ਅੱਜ ਹੈਗੀ ਹੈ 19, ਮਤਲਬ ਯੂਨੀਵਰਸਿਟੀ ਗਿਆ ਹੈ, ਤੇ ਆਫੀਆ ਜਿਹੜੀ ਕਿੱਥੇ ਗਈ ਹੈ, ਉਹ ਜਿਹੜੀ ਮਤਲਬ ਸਕੂਲ ਦੇ ਨਾਲ ਟ੍ਰਿਪ ਤੇ ਗਈ ਹੈ, ਤੇ ਇਸ ਲਈ ਚੌਧਰੀ ਸਾਹਿਬ ਛੋਟੇ ਉਹ ਤੇਰਾ ਮਫਰਲ ਕਿੱਥੇ ਵੜ, ਤੇ ਕੁੜੀ ਮੇਰੀ ਤੇ ਬੁੱਢੀ ਮੇਰੀ ਅਸੀਂ ਚੱਲੇ ਈਦ ਪੜ੍ਹਨ। ਚਲੋ ਆਜੋ ਚੱਲੀਏ, ਹੁਣ ਇਹੀ ਗੱਲ ਕਰਨੀ ਸੀ। ਆਜੋ। ਈਦ ਲਈ ਗੱਡੀ ਜਿਹੜੀ ਨੂੰ ਬੜੀ ਦੂਰ ਖੜੀ ਸੀ, ਲੇਕਿਨ ਬੜੀ ਗੱਲ ਹੈ ਮਾਸ਼ਾਅੱਲਾ 9:30 ਈਦ ਸੀ, 9:15 ਤੱਕ ਨਾ ਨਿਕਲ ਗਏ ਸਾਂ, ਤਾਂ ਕਿ ਜਿਹੜੀ ਨਾ ਫੜੀ ਜਾਵੇ ਨਾ ਹੁੰਦਾ ਨਾ ਪੂਰਾ ਰਮਜ਼ਾਨ। ਅਗਰ ਤੁਸੀਂ ਰੋਜ਼ੇ ਰੱਖਦੇ ਹੋ, ਇਬਾਦਤਾਂ ਕਰਦੇ ਹੋ ਨਾ, ਫਿਰ ਨਮਾਜ਼ ਪੜ੍ਹਨ ਦਾ ਇੱਕ ਆਪਣੀ ਮਜ਼ਾ ਹੁੰਦਾ। ਅੱਛਾ, ਪਾਕਿਸਤਾਨ ਵੀ ਮੈਂ ਨਾ ਸ਼ਾਦੀ ਤੋਂ ਪਹਿਲੇ ਵੀ ਈਦ ਪੜ੍ਹਨ ਜਾਈਦਾ ਹੁੰਦਾ ਸੀ। ਸਾਡੇ ਘਰ ਇੱਕ ਕੁਰਾਨੇ ਪਾਕ ਪੜ੍ਹਿਆ ਨਾ, ਜਿਹੜੇ ਆਪੋ ਸੀ ਉਹਨਾਂ ਨੇ ਕਹੀਦਾ ਸੀ, ਉਹਨਾਂ ਦੇ ਨਾਲ ਈਦ ਪੜ੍ਹਨ ਜਾਣਾ ਹੁੰਦਾ ਸੀ। ਸਾਨੂੰ ਆਪੋ ਕਹਿੰਦੇ ਹੁੰਦੇ ਸਨ ਇੱਕ ਪਾਸੋਂ ਈਦ ਪੜ੍ਹਨ ਜਾਈਦਾ, ਇੱਕ ਬਾਜ਼ਾਰ ਵੱਲੋਂ, ਤੇ ਜਦੋਂ ਈਦ ਪੜ੍ਹੀ ਜਾਏ ਨਾ ਤੇ ਦੂਜੇ ਪਾਸੋਂ ਵਾਪਸ ਆਈਦਾ। ਤੇ ਅਸੀਂ ਪੂਰਾ ਗਰੁੱਪ, ਪੂਰੀ ਗਲੀ ਦਾ ਸੀ ਉਹਨਾਂ ਦੇ ਨਾਲ ਈਦ ਪੜ੍ਹਨ ਜਾਣਾ ਹੁੰਦਾ ਸੀ, ਸਾਰੀਆਂ ਕੁੜੀਆਂ ਨੇ। ਅਤੇ ਸਾਨੂੰ ਬੜਾ ਹੀ ਮਜ਼ਾ ਆਉਂਦਾ ਸੀ, ਇੰਤਜ਼ਾਰ ਹੁੰਦਾ ਸੀ ਕਿ ਅਸੀਂ ਆਪੋ ਦੇ ਨਾਲ ਈਦ ਪੜ੍ਹਨ ਜਾਣਾ ਹੈ, ਅਤੇ ਅਸੀਂ ਜਾਣਾ ਕਰਨਾ ਇੱਕ ਬਾਜ਼ਾਰ ਵਿੱਚ, ਅਸੀਂ ਉੱਥੇ ਈਦ ਵਗੈਰਾ ਪੜ੍ਹਨੀ, ਮਿਲਣਾ ਮਿਲਾਣਾ, ਫਿਰ ਅਸੀਂ ਦੂਸਰੇ ਬਾਜ਼ਾਰ ਲੰਬਾ ਰਾਊਂਡ ਲਾ ਕੇ ਅਸੀਂ ਵਾਪਸ ਘਰ ਆਉਣਾ। ਸਾਡੀ ਉਹੀ ਈਦ ਹੁੰਦੀ ਸੀ, ਬੜਾ ਹੀ ਮਜ਼ਾ ਆਉਂਦਾ ਸੀ। ਖੈਰ ਅਸੀਂ ਈਦ ਪੜ੍ਹ ਕੇ ਵਾਪਸ ਆ ਕੇ ਫੋਟੋ ਸੈਸ਼ਨ ਕੀਤੀ ਅਤੇ ਛੋਟੀ ਮੋਟੀ ਫੋਟੋਆਂ ਖਿੱਚੀਆਂ, ਫੈਮਿਲੀ ਨੂੰ ਭੇਜਣ ਲਈ। ਇਹੀ ਤਾਂ ਮੈਨੂੰ ਹੈਰਾਨਗੀ ਆਉਂਦੀ ਕਿ ਮੇਰੀ ਫੈਮਿਲੀ ਦੇ ਮੈਨੂੰ ਫੋਟੋਆਂ ਕੀ ਕਹਿੰਦੇ ਨੇ ਘੱਲ ਕੇ ਦੂਰਬੀਨਾਂ ਹੋਤੇ ਨਹੀਂ ਹੈ ਜੋ ਸਟਿੱਕਰ ਟਾਈਪ, ਉਹ ਦੂਰਬੀਨਾਂ ਇੰਨੀਆਂ ਭੇਜਦੇ ਨੇ ਕਿ ਮਤਲਬ ਕਿ ਕਿੱਥੇ ਰਹਿ ਕੇ ਫੋਟੋਆਂ ਘੱਲੋ। ਪਾਕਿਸਤਾਨ ਤਾਂ ਸਾਰੀ ਗੱਲ ਹੈ ਸ਼ਾਮ ਦਾ ਟਾਈਮ ਹੋ ਜਾਂਦਾ, ਉਹ ਤਾਂ ਈਦ ਗੁਜ਼ਾਰ ਕੇ ਥੱਕ ਟੁੱਟ ਕੇ ਪਏ ਹੁੰਦੇ ਨੇ, ਹੁਣ ਉਹਨਾਂ ਨੂੰ ਸਾਡੀਆਂ ਫੋਟੋਆਂ ਦਾ ਵੇਟ ਹੁੰਦਾ। ਮੈਂ ਤਾਂ ਇਹ 4 ਫੋਟੋਆਂ ਵੀ ਖਿੱਚਣ ਲਈ ਇੰਨਾ ਟਾਈਮ ਕੱਢਿਆ ਕਿ ਈਦ ਪੜ੍ਹ ਕੇ ਆ ਕੇ ਫੌਰਨ ਬਾਹਰ ਪਹਿਲੇ ਖੜੇ ਹੋਏ ਤਾਂ ਕਿ ਇਹਨਾਂ ਦੀ ਫੋਟੋਆਂ ਖਿੱਚੀਆਂ ਜਾਣ, ਬੱਚਿਆਂ ਨੂੰ ਅਤੇ ਫੈਮਿਲੀ ਨੂੰ ਪਾਕਿਸਤਾਨ ਭੇਜਿਆ ਜਾਏ। ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ, ਤਾਂ ਹੀ ਮੈਂ ਅੱਗੇ ਸ਼ੁਰੂ 'ਚ ਗੱਲ ਕੀਤੀ ਸੀ ਕਿ ਸਲਾਮ ਹੈ ਉਹਨਾਂ ਨੂੰ ਕਿ ਜਿਹੜੀ ਸਭ ਤੋਂ ਪਹਿਲੇ ਫੋਟੋਆਂ ਖਿੱਚ ਕੇ ਕੱਪੜੇ ਪਾ ਕੇ ਰੀਲ ਬਣਾ ਕੇ ਅਤੇ ਅਪਲੋਡ ਕਰ ਦੇਣ, ਬੜੀ ਗੱਲ ਹੈ। ਅਤੇ ਹੁਣ ਅਸੀਂ ਚੱਲੇ ਹਾਂ ਹਾਲ ਵਿੱਚ, ਜਿੱਥੇ ਅਸੀਂ ਹਾਲ ਲਿਆ ਵੇ ਉਹ ਕਾਫੀ ਘੰਟੇ ਦਾ ਸਫ਼ਰ ਹੈ, ਉੱਥੇ ਸਭ ਨੇ ਇਕੱਠੇ ਹੋਣਾ ਸੀ ਅਤੇ ਆਪਣਾ ਆਪਣਾ ਖਾਣਾ ਲੈ ਕੇ ਜਾਣਾ ਸੀ। अजय भी नहीं होना, पर ध्यान से इसके अंदर खाना है, वो हिल ना जाए। चल जल्दी जल्दी रक्षा भी चलाना है। इधर आए ना वे क्या जल्दी जल्दी चला जी, रक्षा भी चलाना है। मफरल पाया जी मेरे मुंडे ने, ਨਾਲ ਉਹ ਵਿਚਾਰੇ ਨੇ ਕਿੱਥੋਂ ਪਤਾ ਵੇ, ਮੈਂ ਆਪਣੇ ਲਈ ਲਿਆਂਦਾ ਸੀ। ਐ ਲੈ ਕੇ ਸਨਪਲੇ ਨਹੀਂ ਇਹਨਾਂ ਨੂੰ ਪਸੰਦ, ਉਹਨੂੰ ਪਵਾਤਾ। ਨਹੀਂ ਹੈ ਚਲੋ ਚਲੋ ਜੀ, ਫੌਜਾਂ ਤਿਆਰ ਹੋ ਗਈਆਂ ਨੇ ਅਤੇ ਆਪਣਾ ਛਾਪਰ ਆਪਣੇ ਬੈਗ ਚੁੱਕ ਕੇ ਲੈਣੇ ਦੇ ਵਿੱਚ ਹੀ ਮੈਂ ਗਰਮ ਪਤੀਲੀਆਂ ਰੱਖ ਲਈ ਕਿ ਲੈ ਆਈ ਸਾਂ। ਮੈਨੂੰ ਆਈ ਸੀ ਉੱਥੇ ਜਾ ਕੇ ਨਾ ਚੁੱਲ੍ਹੇ ਕਿਚਨ ਵਗੈਰਾ ਹੈ ਤਾਂ ਬੰਦਾ ਸੈੱਟ ਕਰ ਲੈਂਦਾ। ਸਭ ਤੋਂ ਪਹਿਲੇ ਤਾਂ ਜਾ ਕੇ ਫਰੂਟ ਕਰਨਾ ਸੀ, ਨਾਸ਼ਤਾ ਵੀ ਉੱਥੇ ਕਰਨਾ ਸੀ। 12:30 ਅਸੀਂ ਪਹੁੰਚ ਗਏ ਸਾਂ, ਚਾਹ ਵਗੈਰਾ ਰੈਡੀ ਹੋ ਗਈ ਸੀ। ਬਾਕੀ ਟੇਬਲ 'ਤੇ ਨਾਨ ਚਨੇ ਸਨ, ਹਲਵਾ ਪੂਰੀ ਸੀ, ਸਾਰੀ ਬਜ਼ਾਤੇ ਖੁਦ ਲੇਡੀਜ਼ ਨੇ ਬਣਾਈ ਹੈ। ਕਿਸੇ ਦਾ ਕਮਾਲ ਨਹੀਂ, ਕੋਈ ਇੱਥੇ ਦੁਕਾਨ ਨਹੀਂ ਮਿਲਦੀ, ਕੋਈ ਇੱਥੇ ਹਲਵਾ ਪੂਰੀ ਦੀ ਦੁਕਾਨ ਨਹੀਂ, ਭੱਜ ਕੇ ਹਲਵਾ ਪੂਰੀ ਲੈ ਆਓ, ਭੱਜ ਕੇ ਨਾਨ ਚਨੇ ਲੈ ਆਓ, ਸਾਰਾ ਖੁਦ ਨਾਸ਼ਤਾ ਸਭ ਨੇ ਰੈਡੀ ਕਰਕੇ ਘਰੋਂ ਲੈ ਕੇ ਆਏ ਸਾਂ। ਬੱਚੇ ਜਿਹੜੇ ਨੇ ਉਹ ਵੀ ਬਹਿ ਗਏ ਨੇ, ਵੱਡੇ ਵੀ ਬਹਿ ਗਏ ਨੇ, ਅਤੇ ਲੇਡੀਜ਼ ਜਿਹੜੀਆਂ ਨੇ ਸਾਡੇ ਵਰਗੀਆਂ ਉਹ ਬਸ ਕਿਚਨ ਵਿੱਚ, ਕਿਉਂਕਿ ਇਹਨਾਂ ਦੀ ਸ਼ਿਫਟ ਖਤਮ ਹੁੰਦੀ ਹੈ ਅਤੇ ਫਿਰ ਸਾਡੀ ਸ਼ਿਫਟ ਲੱਗਦੀ ਹੈ। ਅਤੇ ਸ਼ਾਮ ਨੂੰ ਖਾਵਾਂਗੇ ਖਾਣਾ, ਤਾਂ ਕਿ ਨਾਸ਼ਤਾ ਕਰਕੇ ਭੱਜ ਦੌੜ ਕਰਕੇ ਥੱਕ ਜਦੋਂ ਜਾਣਗੇ ਨਾ ਬੱਚੇ ਮੂੰਹ ਮੰਗਣਗੇ, ਫਿਰ ਅਸੀਂ ਖਾਣਾ ਗਰਮ ਕੀਤਾ। ਅਤੇ ਖਾਣੇ ਵਿੱਚ ਮੇਰੀ ਪਲੇਟ ਐ ਵੇ, ਤੁਸੀਂ ਵੇਖ ਲਓ। ਅਤੇ ਇੱਥੇ ਮੈਨੂੰ ਦਵੋ ਇਜਾਜ਼ਤ, ਵਾਪਸ ਆਵਾਂਗੀ ਕੱਲ੍ਹ। ਅੱਲਾ ਹਾਫਿਜ਼।